ਕਾਫਿਲਾ ਟੀਵੀ ਦੇਖ ਰਹੇ ਮੇਰੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਅਮਨਦੀਪ ਕੌਰ ਹੰਸ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਲੈ ਕੇ ਹਾਜ਼ਰ ਹੋਈ ਹਾਂ ਜੀ ਪ੍ਰੋਗਰਾਮ ਅੰਮ੍ਰਿਤ ਸਾਗਰ, ਜਿਸ ਦੇ ਵਿੱਚ ਅਸੀਂ ਗੁਰਬਾਣੀ ਵਿਚਾਰ ਕਰਦੇ ਹਾਂ ਜੀ, ਤੇ ਹੋਰ ਵੀ ਆਪਾਂ ਜਿਵੇਂ ਤੁਹਾਡੇ ਸੁਝਾਅ ਆਉਂਦੇ ਹਨ ਮੈਂ ਉਹਨਾਂ ਨੂੰ ਲੈ ਕੇ ਹਮੇਸ਼ਾ ਤੁਹਾਡੇ ਅੱਗੇ ਹਾਜ਼ਰ ਹੁੰਨੀ ਹਾਂ ਜੀ। ਤੇ ਅੱਜ ਜੋ ਮੈਂ ਪ੍ਰੋਗਰਾਮ ਲੈ ਕੇ ਆਪ ਜੀ ਸਾਹਮਣੇ ਪੇਸ਼ ਕਰ ਰਹੀ ਹਾਂ ਉਸ ਦੇ ਵਿੱਚ ਮੈਂ ਤੁਹਾਨੂੰ ਬਹੁਤ ਸਾਰੀਆਂ ਜਿਵੇਂ ਕੁਝ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੀ ਹਾਂ, ਕੁਝ ਮੈਂ ਤੁਹਾਡੇ ਜਿਹੜੇ ਸੁਝਾਅ ਆ ਉਹ ਤੁਹਾਡੇ ਅੱਗੇ ਰੱਖਣਾ ਚਾਹੁੰਦੀ ਹਾਂ, ਤੇ ਕੁਝ ਜਿਹੜੀਆਂ ਮਿਸਅੰਡਰਸਟੈਂਡਿੰਗਸ ਆ ਉਹ ਮੈਂ ਤੁਹਾਡੀਆਂ ਕਲੀਨ ਕਰਨਾ ਚਾਹੁੰਦੀ ਹਾਂ। ਤੇ ਪ੍ਰੋਗਰਾਮ ਦੇ ਜਿਹੜਾ ਵਿਸ਼ਾ ਆ ਉਹ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਲਾਸਟ ਜਿਹੜਾ ਮੇਰਾ ਪ੍ਰੋਗਰਾਮ ਹੋਇਆ ਸੀ ਉਹਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕੀਤੀ ਸੀਗੀ ਸਾਗਰ ਸਰਕਾਰੀਆ ਫਾਊਂਡੇਸ਼ਨ ਜਿਹੜੀ ਆਪਾਂ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਆ ਉਹਦੇ ਬਾਰੇ, ਕਿ ਵੀ ਜਿਹਦੇ ਵਿੱਚ ਅਸੀਂ ਜਿੰਨਾ ਸਾਡੇ ਕੋਲੋਂ ਹੋ ਸਕਿਆ, ਸਾਡੀ ਟੀਮ ਕੋਲੋਂ ਹੋ ਸਕਿਆ, ਅਸੀਂ ਵੱਧ ਤੋਂ ਵੱਧ ਹਮੇਸ਼ਾ ਜਿਨ੍ਹਾਂ ਨੂੰ ਨੀਡ ਆ, ਜ਼ਰੂਰਤ ਆ, ਉਹਨਾਂ ਦੀ ਹੈਲਪ ਕਰਨ ਲਈ ਅੱਗੇ ਰਵਾਂਗੇ। ਹਾਂਜੀ, ਤੇ ਉਹਦੇ ਵਿੱਚ ਮੈਂ ਇੱਕ ਗੱਲ ਪਲੀਜ਼ ਕਲੀਨ ਕਰ ਦੇਣਾ ਚਾਹੁੰਦੀ ਹਾਂ ਕਿ ਵੀ ਸਾਡਾ ਆਰਗੇਨਾਈਜੇਸ਼ਨ ਦਾ ਮੇਨ ਹੈਗਾ ਕਿ ਵੀ ਤੁਹਾਨੂੰ ਕੋਈ ਮੈਡੀਕਲੀ, ਤੁਹਾਨੂੰ ਕੋਈ ਐਜੂਕੇਸ਼ਨ ਲਈ, ਤੁਹਾਨੂੰ ਕੋਈ ਮਤਲਬ ਕਿ ਹੋਰ ਨੀਡ ਵਾਸਤੇ, ਘਰੇਲੂ ਨੀਡ ਵਾਸਤੇ ਅਗਰ ਤੁਹਾਨੂੰ ਕੋਈ ਜ਼ਰੂਰਤ ਹੈਗੀ ਹੈ ਤਾਂ ਤੁਸੀਂ ਸਾਨੂੰ ਦੱਸ ਸਕਦੇ ਆ। ਤੁਸੀਂ ਮਤਲਬ ਕਿ ਆਪਣਾ ਕਾਲ ਕਰ ਸਕਦੇ ਆ। ਤੁਸੀਂ ਮੈਨੂੰ ਮੇਰੇ ਨੰਬਰ ਤੇ 4168469260 ਤੇ ਮੇਰਾ WhatsApp ਵੀ ਆ, ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਬਟ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਟੀਮ ਵੱਲੋਂ ਅਸੀਂ ਫਾਈਨੈਂਸ਼ੀਅਲੀ ਨਾ ਤਾਂ ਸਪੋਰਟ ਲੈਂਦੇ ਹੈਗੇ ਆ ਤੇ ਨਾ ਫਾਈਨੈਂਸ਼ੀਅਲੀ ਅਸੀਂ ਮਤਲਬ ਕਿ ਪੈਸੇ ਜਿਹੜੇ ਆ ਉਹ ਦਿੰਦੇ ਹੈਗੇ ਆ। ਅਸੀਂ ਜਸਟ ਜਿਵੇਂ ਤੁਸੀਂ ਮੰਨ ਲਓ ਕਿ ਤੁਹਾਨੂੰ ਇੱਕ ਐਜੂਕੇਸ਼ਨ ਦੀ ਨੀਡ ਆ, ਉਹ ਤੁਹਾਨੂੰ ਇੱਕ ਮਤਲਬ ਕਿ ਅਸੀਂ ਉਹ ਤੁਹਾਡੇ ਏਰੀਏ ਦਾ ਅਸੀਂ ਸਕੂਲ ਦੱਸਾਂਗੇ, ਉੱਥੇ ਤੁਸੀਂ ਜਾ ਕੇ ਆਪਣੀ ਐਡਮਿਸ਼ਨ ਕਰਾਉਣੀ ਹੈ, ਆਪਣੇ ਬੱਚੇ ਨੂੰ ਪੜ੍ਹਾਉਣਾ ਲਿਖਾਉਣਾ ਹੈ। ਠੀਕ ਹੈ ਜੀ, ਇਸ ਤਰ੍ਹਾਂ ਕਰਕੇ ਸਾਡੀ ਇਹ ਜਿਹੜੀ ਆਰਗੇਨਾਈਜੇਸ਼ਨ ਆ ਉਹ ਕੰਮ ਕਰਦੀ ਆ। ਤੇ ਮੈਂ ਇਸ ਚੀਜ਼ ਲਈ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਜਿਵੇਂ ਕਈ ਜਣੇ ਮੈਨੂੰ ਕਾਲ ਆਉਂਦੀਆਂ ਨੇ ਕਿ ਸਾਨੂੰ ਜੀ ਇੰਨੇ ਪੈਸੇ ਦੀ ਨੀਡ ਆ, ਸਾਡਾ ਇਹ ਆਪਰੇਸ਼ਨ ਆ, ਸਾਡਾ ਐਵੇਂ ਮਤਲਬ ਕਿ ਕੋਈ ਕੰਮ ਸਟਕ ਆ, ਤੇ ਉਸ ਚੀਜ਼ ਵਾਸਤੇ ਪਲੀਜ਼ ਮਤਲਬ ਅਸੀਂ ਨਹੀਂ ਹੈਲਪ ਕਰ ਸਕਦੇ ਆ। ਤੇ ਮੈਨੂੰ ਵੀ ਫਿਰ ਬਹੁਤ ਜ਼ਿਆਦਾ ਦੁੱਖ ਲੱਗਦਾ ਕਿ ਜਦੋਂ ਮੈਂ ਉਸ ਚੀਜ਼ ਲਈ ਤੁਹਾਡੀ ਉਹ ਮੰਗ ਜਿਹੜੀ ਉਹ ਪੂਰੀ ਨਹੀਂ ਕਰ ਸਕਦੀ, ਬਿਕੋਜ਼ ਜੋ ਮੇਰੇ ਕੋਲੋਂ ਹੋ ਸਕਦਾ ਮੈਂ ਉਹ ਹੀ ਤੁਹਾਨੂੰ ਹਮੇਸ਼ਾ ਕਵਾਂਗੀ ਕਿ ਮੈਂ ਇਹੀ ਕਰ ਸਕਦੀ ਹਾਂ। ਮੈਂ ਤੁਹਾਨੂੰ ਰੈਫਰ ਕਰ ਸਕਦੀ ਹਾਂ ਉਸ ਤੁਹਾਡੀ ਜ਼ਰੂਰਤ ਦੇ ਨਾਲ ਰਿਲੇਟਿਡ ਕੋਈ ਜਗ੍ਹਾ ਤੇ। ਠੀਕ ਹੈ ਜੀ, ਤੇ ਜਿਵੇਂ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਵਾਂ ਕਿ ਜਿਵੇਂ ਪਿੱਛੇ ਜੇ ਕੀ ਹੋਇਆ ਸੀਗਾ ਕਿ ਇੱਕ ਛੋਟਾ ਜਿਹਾ ਬੱਚਾ ਸੀਗਾ ਤੇ ਉਹਦੇ ਮਦਰ ਦਾ ਮੈਨੂੰ ਕਾਲ ਆਈ ਸੀਗੀ ਕਿ ਇਹਨੂੰ ਪੜ੍ਹਨ 'ਚ ਮਤਲਬ ਬਹੁਤ ਜ਼ਿਆਦਾ ਵਧੀਆ ਹੈਗਾ ਆ ਤੇ ਇਹਨੂੰ ਐਡਮਿਸ਼ਨ ਕਰਾਉਣੀ ਆ। ਤੇ ਉਹਨਾਂ ਨੇ ਮਤਲਬ ਮੈਨੂੰ ਇਹ ਨਹੀਂ ਕਿਹਾ ਸੀਗਾ ਕਿ ਸਾਨੂੰ ਮਤਲਬ ਕਿ ਤੁਸੀਂ ਐਡਮਿਸ਼ਨ ਫੀਸ ਭੇਜੋ ਜਾਂ ਕੁਛ, ਉਹਨਾਂ ਨੇ ਕਿਹਾ ਸੀ ਤੁਸੀਂ ਜਿਹੜੇ ਸਕੂਲ ਕਹੋਗੇ ਅਸੀਂ ਉਸੇ ਸਕੂਲ ਹੀ ਜਾਣ ਲਈ ਤਿਆਰ ਹੈਗੇ ਆ। ਤੇ ਅੱਜ ਦੀ ਡੇਟ ਵਿੱਚ ਉਹ SBS ਸੀਨੀਅਰ ਸੈਕੰਡਰੀ ਸਕੂਲ ਹੈਗਾ ਹੈ ਅੰਮ੍ਰਿਤਸਰ ਦੇ ਵਿੱਚ, ਉੱਥੇ ਉਹ ਬੱਚਾ ਪੜ੍ਹ ਰਿਹਾ ਹੈਗਾ। ਤੇ ਹੋਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਕਿ ਮੈਂ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੀ ਹਾਂ ਮੇਰੇ ਦਰਸ਼ਕਾਂ ਦਾ, ਜਿਹੜੇ ਕਿ ਇਸ ਪ੍ਰੋਗਰਾਮ ਨੂੰ ਬਹੁਤ ਸਾਰਾ ਪਿਆਰ ਦਿੰਦੇ ਆ ਤੇ ਹਮੇਸ਼ਾ ਇਸ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਆ, ਜਿਹਦੇ ਨਾਲ ਮਤਲਬ ਕਿ ਹਰ ਤੱਕ ਇਹ ਜਾਣਕਾਰੀ ਪਹੁੰਚਦੀ ਹੈ। ਤੇ ਬਹੁਤ ਸਾਰਾ ਮੈਂ ਧੰਨਵਾਦ ਕਰਦੀ ਹਾਂ ਮੇਰੇ ਉਹ ਮਤਲਬ ਕਿ ਭੈਣਾਂ ਦਾ ਜਿਹੜੇ ਮੇਰੇ ਨਾਲ ਇਸ ਆਰਗੇਨਾਈਜੇਸ਼ਨ ਦੇ ਵਿੱਚ ਸਾਡੀ ਟੀਮ ਦੇ ਨਾਲ ਖੜੇ ਰਹਿਣਾ ਚਾਹੁੰਦੇ ਆ। ਕਿਉਂਕਿ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਜਦੋਂ ਲਾਸਟ ਵੀਕ ਮੈਂ ਪ੍ਰੋਗਰਾਮ ਕੀਤਾ ਤੇ ਮੈਨੂੰ ਬਹੁਤ ਸਾਰੀਆਂ ਕਾਲਸ ਆਈਆਂ ਸੀਗੀਆਂ, ਜਿਹਦੇ ਵਿੱਚ ਮੈਨੂੰ ਕਿਹਾ ਗਿਆ ਕਿ ਵੀ ਹਾਂ ਵੀ ਅਸੀਂ ਵੀ ਤੁਹਾਡੇ ਨਾਲ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਹਾਂ, ਅਸੀਂ ਵੀ ਹੈਲਪ ਕਰਨਾ ਚਾਹੁੰਦੇ ਹਾਂ, ਤੇ ਸਾਨੂੰ ਵੀ ਦੱਸਣਾ ਜਿੱਥੇ ਸਾਡੀ ਜ਼ਰੂਰਤ ਹੋਏ। ਤੇ ਮੈਂ ਉਹਦੇ ਵਿੱਚ ਕਹਿਣਾ ਚਾਹੁੰਦੀ ਹਾਂ ਕਿ ਪਵਨਦੀਪ ਕੌਰ ਸਰਕਾਰੀਆ ਜਿਹੜੇ ਕਿ ਸਾਡੇ ਕੋਟ ਖਾਲਸਾ ਸਰਕਾਰੀਆ ਤੋਂ ਬਿਲੋਂਗ ਕਰਦੇ ਹਨ, ਡਾਕਟਰ ਆਫ ਮਹਿੰਦਰ ਸਿੰਘ ਸਰਕਾਰੀਆ, ਤੇ ਉਹਨਾਂ ਨੇ ਮੈਨੂੰ ਕਾਲ ਕੀਤੀ ਸੀਗੀ ਕਿ ਵੀ ਅਮਨ ਤੁਹਾਨੂੰ ਜੇ ਮੇਰੇ ਲਾਇਕ ਕੋਈ ਵੀ ਨੀਡ ਹੋਏ ਤਾਂ ਮੈਨੂੰ ਜ਼ਰੂਰ ਦੱਸਣਾ ਹੈ ਨਾ। ਤੇ ਉਹਨਾਂ ਨੂੰ ਮੈਂ ਇੱਕ ਸੇਵਾ ਸੌਂਪੀ ਆ, ਉਹ ਇਹ ਹੈਗੀ ਕਿ ਜਿਹੜੇ ਸਾਡੇ ਪਿੰਡ ਦੇ ਕੋਟ ਖਾਲਸਾ ਪਿੰਡ ਦੇ ਜਿਹੜੇ ਮੇਰੇ ਮਤਲਬ ਕਿ ਨਿਵਾਸੀ ਮੇਰਾ ਪ੍ਰੋਗਰਾਮ ਸੁਣਨ ਦੇ ਹੋਣ, ਅਗਰ ਉੱਥੇ ਕੋਈ ਬੱਚਾ ਪੜ੍ਹਨਾ ਚਾਹੁੰਦਾ ਆ ਪਰ ਮਤਲਬ ਕਿ ਕਿਸੇ ਸਿਚੁਏਸ਼ਨ ਕਰਕੇ ਉਹ ਨਹੀਂ ਪੜ੍ਹ ਪਾ ਰਿਹਾ, ਠੀਕ ਹੈ ਜੀ, ਕੋਈ ਬੱਚਾ ਚਾਹੁੰਦਾ ਕਿ ਮੈਂ CBSE ਪੈਟਰਨ ਲੈ ਕੇ ਮੈਂ ਅੱਗੇ ਆਉਣਾ ਚਾਹੁੰਦਾ ਹੈ ਨਾ, ਤੁਸੀਂ ਮੈਨੂੰ ਕਾਲ ਕਰ ਸਕਦੇ ਆ, ਤੁਸੀਂ ਉਹਨਾਂ ਨੂੰ ਜਾ ਕੇ ਮਿਲ ਸਕਦੇ ਆ। ਠੀਕ ਆ, ਮੈਂ ਹੁਣੇ ਫੋਨ ਦੇ ਉਹਨਾਂ ਦਾ ਨੰਬਰ ਵੀ ਤੁਹਾਨੂੰ ਦੱਸ ਦਿੰਦੀ ਆ, ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਆ ਤੇ ਫ੍ਰੀ ਦੇ ਵਿੱਚ ਤੁਹਾਨੂੰ ਉਹ ਜਿਹੜੀ ਟਿਊਸ਼ਨ ਦੀ ਆ ਕੋਚਿੰਗ ਦੇਣਗੇ। ਸਪੈਸ਼ਲੀ ਉਹ ਇੰਗਲਿਸ਼ ਸਬਜੈਕਟ ਦਾ ਉਹਨਾਂ ਨੇ ਮੈਨੂੰ ਕਿਹਾ ਆ ਕਿ ਵੀ ਮੈਂ ਬੱਚਿਆਂ ਨੂੰ ਐਜੂਕੇਸ਼ਨਲ ਲੈਵਲ ਤੇ ਫ੍ਰੀ ਕੋਚਿੰਗ ਦਊਂਗੀ ਜਿਹੜੇ ਬੱਚੇ ਟਿਊਸ਼ਨ ਨਹੀਂ ਕਰ ਸਕਦੇ ਹੈਗੇ ਆ।
ਤੇ ਮੈਂ ਤੁਹਾਨੂੰ ਉਹਨਾਂ ਦਾ ਨੰਬਰ ਵੀ ਬੋਲਦੀ ਹੈਗੀ ਆ, ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਆ, ਮੈਨੂੰ ਵੀ ਕਾਲ ਕਰ ਸਕਦੇ ਹੋ ਕੋਈ ਹੋਰ ਇਸ ਪ੍ਰਤੀ ਜਾਣਕਾਰੀ ਲੈਣੀ ਹੋਏ ਤਾਂ। ਜੇ ਤੁਸੀਂ ਡਾਇਰੈਕਟ ਉਹਨਾਂ ਨੂੰ ਮਿਲਣਾ ਚਾਹੁੰਦੇ ਹੋ, ਉਹਨਾਂ ਨੂੰ ਕਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਦਾ ਨੰਬਰ ਨੋਟ ਕਰ ਸਕਦੇ ਹੋ। ਉਹਨਾਂ ਦਾ ਕੰਟੈਕਟ ਨੰਬਰ ਹੈਗਾ ਆ 981555 54823। ਮੈਂ ਫਿਰ ਰਿਪੀਟ ਕਰਦੀ ਹਾਂ 981555 54823। ਤੁਸੀਂ ਇਹਨਾਂ ਨੂੰ ਕਦੇ ਵੀ ਕਾਲ ਕਰ ਸਕਦੇ ਆ ਤੇ ਉਹਨਾਂ ਨਾਲ ਜਾ ਕੇ ਤੁਸੀਂ ਉਹਨਾਂ ਨੂੰ ਮਿਲ ਸਕਦੇ ਆ, ਜੋ ਵੀ ਤੁਹਾਡੀ ਜ਼ਰੂਰਤ ਆ ਤੁਸੀਂ ਉਹਨਾਂ ਨੂੰ ਦੱਸ ਸਕਦੇ ਆ, ਠੀਕ ਹੈ ਜੀ। ਤੇ ਮੈਂ ਉਹਨਾਂ ਦਾ ਵੀ ਬਹੁਤ ਥੈਂਕਸ ਕਰਦੀ ਆ ਕਿ ਵੀ ਉਹ ਸਾਡੀ ਟੀਮ ਨਾਲ ਜੁੜੇ ਆ ਤੇ ਉਹਨਾਂ ਨੇ ਮੈਨੂੰ ਇੱਕ ਬਹੁਤ ਹੀ ਵੱਡਾ ਹੌਸਲਾ ਦਿੱਤਾ ਕਿ ਅਸੀਂ ਉਹਨਾਂ ਬੱਚਿਆਂ ਨੂੰ ਅੱਗੇ ਲੈ ਕੇ ਆਉਣਾ ਆ ਜਿਹੜੇ ਬੱਚੇ ਮਤਲਬ ਕਿਸੇ ਨਾ ਕਿਸੇ ਸਿਚੁਏਸ਼ਨ ਕਰਕੇ ਪਿੱਛੇ ਰਹਿ ਜਾਂਦੇ ਆ, ਪੜ੍ਹਾਈ ਦੇ ਹੱਥੋਂ ਪਿੱਛੇ ਰਹਿ ਜਾਂਦੇ ਆ ਜਾਂ ਕੋਈ ਹੋਰ ਮਜਬੂਰੀ ਦੇ ਕਰਕੇ, ਹੈ ਨਾ। ਤੇ ਦੂਸਰਾ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਪ੍ਰਿੰਸੀਪਲ ਸਤਵਿੰਦਰ ਸਿੰਘ ਔਲਖ ਜੀ ਦਾ, ਜਿਨ੍ਹਾਂ ਨੇ ਮਤਲਬ ਕਿ ਮੈਨੂੰ ਕਾਲ ਕੀਤੀ ਸੀ ਅੱਜ ਤੋਂ 2 ਹਫ਼ਤੇ ਪਹਿਲਾਂ ਕਿ ਅਮਨ ਜੀ ਸਾਨੂੰ ਦੱਸੋ ਵੀ ਕਿਸੇ ਬੱਚੇ ਦੀ ਅਗਰ ਜ਼ਰੂਰਤਮੰਦ ਜਿਹੜਾ ਬੱਚਾ ਪੜ੍ਹਨ ਦੇ ਲਾਇਕ ਹੋਏ, ਪੜ੍ਹਨਾ ਚਾਹੁੰਦਾ ਹੋਏ ਤੇ ਉਹਦੀ ਐਡਮਿਸ਼ਨ ਜਿਹੜੀ ਆ ਅਸੀਂ ਆਪਣੇ ਸਕੂਲ ਦੇ ਵਿੱਚ ਫ੍ਰੀ ਦਾਖਲਾ ਕਰਾਂਗੇ, ਹੈ ਨਾ। ਤੇ ਉਹਨਾਂ ਨੇ ਮਤਲਬ ਕਿ 3 ਬੱਚਿਆਂ ਦੀ ਜਿਹੜੀ ਐਡਮਿਸ਼ਨ ਆ ਉਹ ਆਪਣੇ ਸਕੂਲ ਦੇ ਵਿੱਚ ਉਹਨਾਂ ਨੂੰ ਦਾਖਲਾ ਦਿੱਤਾ ਆ। ਤੇ ਮੈਂ ਉਹ ਬੱਚਿਆਂ ਦਾ ਨਾਮ ਨਹੀਂ ਲੈਣਾ, ਨਾ ਹੀ ਮੈਂ ਉਹਨਾਂ ਬੱਚਿਆਂ ਨੂੰ ਤੁਹਾਡੇ ਕਦੇ ਵੀ ਸਕਰੀਨ ਦੇ ਅੱਗੇ ਲੈ ਕੇ ਆਉਣਾ, ਕਿਉਂਕਿ ਐਵੇਂ ਪਤਾ ਕੀ ਹੋ ਜਾਂਦਾ, ਐਵੇਂ ਹੋ ਜਾਂਦਾ ਕਿ ਸ਼ਾਇਦ ਇਹਦੇ ਪਿੱਛੇ ਮੇਰਾ ਕੋਈ ਮਤਲਬ ਆ ਕਿ ਮੈਂ ਉਹ ਬੱਚੇ ਦੀ ਹੈਲਪ ਕਰ ਰਹੀ ਹਾਂ। ਮੈਨੂੰ ਬਸ ਮੈਂ ਇਸੇ ਦੇ ਵਿੱਚ ਸਾਡੀ ਟੀਮ ਤੇ ਮੈਂ ਸੰਤੁਸ਼ਟ ਹੈਗੀ ਆ ਕਿ ਵੀ ਅਸੀਂ ਕਿਸੇ ਲਈ ਕੁਝ ਕਰ ਰਹੇ ਹਾਂ, ਉਹ ਪਰਮਾਤਮਾ ਸਭ ਕੁਝ ਦੇਖਦਾ ਆ। ਔਰ ਅਸੀਂ ਇਹ ਚੀਜ਼ ਕਦੇ ਨਹੀਂ ਕਰਨੀ ਵੀ ਅੱਜ ਅਸੀਂ ਕਿਸੇ ਦੀ ਹੈਲਪ ਕਰਾਂਗੇ ਤੇ ਉਹਦੇ ਵਾਸਤੇ ਸਾਨੂੰ 100 ਜਣੇ ਅੱਗੇ ਫੋਟੋ ਖਿੱਚਣੀ ਆ, ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੋਏਗੀ। ਸਿਰਫ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਤੁਹਾਡੇ ਅਕੋਰਡਿੰਗ ਵੀ ਅਗਰ ਕੋਈ ਜ਼ਰੂਰਤਮੰਦ, ਇੱਕ ਹੁੰਦਾ ਕਿ ਵੀ ਹਾਂ ਵੀ ਇੱਕ ਵੇਖੋ ਇਹ ਸਾਫ਼ ਜੀ ਗੱਲ ਹੈਗੀ ਆ, ਜਿਹੜਾ ਬੰਦਾ 1 ਮਹੀਨੇ ਦੀ ਇਨਕਮ 10,000 ਰੁਪਇਆ ਇੰਡੀਅਨ ਰੁਪੀਸ 'ਚ ਕਮਾਈ ਕਰ ਰਿਹਾ ਨਾ, ਦੈਟ ਮੀਨਸ ਕਿ ਉਹ ਜ਼ਰੂਰਤਮੰਦ ਨਹੀਂ ਆ। ਜ਼ਰੂਰਤਮੰਦ ਹੁੰਦੇ ਨੇ ਜਿਹੜੇ ਮਤਲਬ ਕਿ ਕਿਸੇ ਦੇ ਮਤਲਬ ਪੇਰੈਂਟਸ ਕੰਮ ਨਹੀਂ ਕਰ ਸਕਦੇ। ਕਈ ਵਾਰੀ ਆਪਾਂ ਦੇਖਦੇ ਆ ਨਾ ਕਿ ਬਹੁਤ ਗਰੀਬੀ 'ਚੋਂ ਨਿਕਲ ਰਹੇ ਹੁੰਦੇ ਆ, ਹੈ ਨਾ। ਕੋਈ ਰਿਕਸ਼ਾ ਚਾਲਕ ਹੁੰਦਾ ਬਟ ਉਹਦਾ ਬੱਚਾ ਬਹੁਤ ਪੜ੍ਹਨ ਦੇ ਵਿੱਚ ਹੁਸ਼ਿਆਰ ਹੁੰਦਾ, ਉਹ ਪਿੱਛੇ ਰਹਿ ਜਾਂਦੇ ਆ ਸਿਰਫ ਇੱਕ ਖਰਚੇ ਤੋਂ। ਕਿਸੇ ਦੇ ਮਤਲਬ ਕਿ ਕੋਈ ਐਵੇਂ ਦੇ ਇਨਸਾਨ ਜਿਨ੍ਹਾਂ ਦੇ ਮਤਲਬ ਕਿ ਅਪਾਹਿਜ ਹੋ ਜਾਂਦੇ, ਹੈਂਡੀਕੈਪਡ ਹੁੰਦੇ ਆ, ਹੈ ਨਾ, ਜਿਨ੍ਹਾਂ ਦੇ ਮਤਲਬ ਕਿ ਉਹ ਆਪਣੇ ਟਰੀਟਮੈਂਟ ਨਹੀਂ ਕਰਾ ਸਕਦੇ ਆ, ਹੈ ਨਾ, ਉਹਨਾਂ ਦੇ ਲਈ, ਠੀਕ ਆ। ਪਿੱਛੇ ਜੇ ਮੈਨੂੰ ਇੱਕ ਕਾਲ ਆਈ ਸੀਗੀ, ਜਿਹੜੇ ਮਤਲਬ ਕਿ ਬਿਜਲੀ ਘਰ ਦੇ ਵਿੱਚ ਕੰਮ ਰਿਟਾਇਰਡ ਉਹ ਹੈਗੇ ਨੇ ਤੇ ਉਹਨਾਂ ਦੀ ਕਾਲ ਆਈ ਸੀਗੀ ਕਿ ਮੇਰੀ ਆਈ ਦਾ ਆਪਰੇਸ਼ਨ ਕਰਾ ਦਿਓ। ਦੇਖੋ ਉਹਨਾਂ ਨੂੰ ਮਤਲਬ ਕਿ ਇੱਥੇ ਨੀਡ ਹੈਗੀ ਆ, ਦੱਸੋ, ਠੀਕ ਆ। ਪਲੀਜ਼ ਮੈਂ ਇਹ ਤੁਹਾਡੇ ਅੱਗੇ ਰਿਕੁਐਸਟ ਆ ਕਿ ਤੁਸੀਂ ਉਹੀ ਮੈਨੂੰ ਕੰਟੈਕਟ ਕਰੋ ਜਿਨ੍ਹਾਂ ਨੂੰ ਵਾਕਈ ਜ਼ਰੂਰਤ ਹੈਗੀ ਆ। ਤੇ ਸਾਡੀ ਜਿਹੜੀ ਟੀਮ ਆ ਉਹਦਾ ਸਿਰਫ ਮੇਨ ਮੋਟਿਵ ਇਹ ਹੈਗਾ ਆ ਕਿ ਅਸੀਂ ਤੁਹਾਨੂੰ ਜਿਹੜੀ ਤੁਹਾਨੂੰ ਚੀਜ਼ ਦੀ ਜ਼ਰੂਰਤ ਆ ਉਹ ਪ੍ਰੋਵਾਈਡ ਕਰ ਸਕਦੇ ਹਾਂ। ਅਸੀਂ ਤੁਹਾਨੂੰ ਫਾਈਨੈਂਸ਼ੀਅਲੀ ਅਸੀਂ ਤੁਹਾਨੂੰ ਐਡੀਸ਼ਨਲੀ ਪੇਮੈਂਟ ਜਿਹੜੀ ਉਹ ਨਹੀਂ ਕਰ ਸਕਦੇ, ਠੀਕ ਹੈ ਜੀ। ਇਹ ਮੇਰੀ ਇੱਕ ਰਿਕੁਐਸਟ ਹੈਗੀ ਆ ਕਿ ਵੀ ਤੁਸੀਂ ਪਲੀਜ਼ ਮੇਰੀ ਇਹ ਇੱਕ ਰਿਕੁਐਸਟ ਜਿਹੜੀ ਉਹ ਮੰਨੋ ਤੇ ਮੇਰੀ ਸਾਡੀ ਜਿਹੜੀ ਟੀਮ ਦੇ ਆਰਗੇਨਾਈਜੇਸ਼ਨ ਦੇ ਰੂਲਸ ਆ ਉਹਨਾਂ ਨੂੰ ਫੋਲੋ ਕਰੋ। ਤੇ ਦੂਸਰਾ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਹਾਂ ਕਿ ਮੈਂ ਸਭ ਤੋਂ ਜ਼ਿਆਦਾ ਜਿਹੜਾ ਧੰਨਵਾਦ ਕਰਨਾ ਚਾਹੁੰਦੀ ਹਾਂ ਉਹ ਕਰਨਾ ਚਾਹੁੰਦੀ ਹਾਂ, ਤੁਸੀਂ ਵੈਬਰਸ ਰਣਜੀਤ ਐਵਨਿਊ ਆਇਲ ਸੈਂਟਰ ਬਾਰੇ ਸਾਰਿਆਂ ਨੇ ਸੁਣਿਆ ਹੋਣਾ ਆ। ਉੱਥੋਂ ਮੈਨੂੰ ਫੋਨ ਆਇਆ ਸੀ ਜਸਲੀਨ ਕੌਰ ਜੀ ਦਾ, ਜਿਹੜੇ ਕਿ ਬੱਚੇ ਬਿਲਕੁਲ ਪੜ੍ਹਨ 'ਚ ਹੁਸ਼ਿਆਰ ਆ। +2 ਦੇ ਵਿੱਚ ਉਹਨਾਂ ਦੀ 90% ਮਾਰਕਸ ਜਿਹੜੇ ਆ ਉਹ ਆਏ ਹੋਏ ਨੇ ਐਂਡ ਉਹ ਮਤਲਬ ਕਿ ਆਇਲਸ ਟੈਸਟ ਨਹੀਂ ਕਰ ਸਕਦੇ, ਉਹਨਾਂ ਦੀ ਕੋਈ ਮਜਬੂਰੀ ਆ ਵੀ ਉਹ ਕਲੀਅਰ ਨਹੀਂ ਕਰ ਸਕਦੇ, ਹੈ ਨਾ। ਤੇ ਉਹਨਾਂ ਦੀ ਉਹ ਹਾਫ ਐਡਮਿਸ਼ਨ ਤੇ ਉਹਨਾਂ ਨੂੰ ਮਤਲਬ ਕਿ ਜਿਹੜਾ ਆਇਲਸ ਦੀ ਕੋਚਿੰਗ ਵੀ ਦੇਣਗੇ ਔਰ ਟੈਸਟ ਵੀ ਉਹਨਾਂ ਦਾ ਜਿਹੜਾ ਆ ਉਹ ਅਪਲਾਈ ਕਰਾਉਣਗੇ। ਤੇ ਇਹਦੇ ਵਾਸਤੇ ਮੈਂ ਉਹਨਾਂ ਦਾ ਵੀ ਬਹੁਤ ਥੈਂਕਸ ਕਰਦੀ ਹਾਂ ਕਿ ਵੀ ਉਹਨਾਂ ਨੇ ਸਾਡੇ ਨਾਲ ਜੁੜਨ ਦਾ ਬਹੁਤ ਸਾਰਾ ਸਾਨੂੰ ਮਤਲਬ ਕਿ ਇਹ ਪਿਆਰ ਦਿੱਤਾ ਆ ਤੇ ਅਸੀਂ ਵੀ ਉਹਨਾਂ ਦੀਆਂ ਇਹ ਗੱਲਾਂ ਤੇ ਖਰਾ ਉਤਰਾਂਗੇ। ਤੇ ਜੋ ਵੀ ਮਤਲਬ ਜਿੱਥੇ ਵੀ ਮੈਨੂੰ ਲੱਗੂਗਾ ਕਿ ਇਹ ਜ਼ਰੂਰਤਮੰਦ ਬੱਚੇ ਹੈਗੇ ਆ ਮੈਂ ਉਹਨਾਂ ਨੂੰ ਜ਼ਰੂਰ ਉੱਥੇ ਭੇਜਾਂਗੀ। ਤੇ ਕਈ ਵਾਰੀ ਮੇਰੇ ਨਾਲ ਐਵੇਂ ਵੀ ਹੋਇਆ ਕਿ ਬੱਚੇ ਗੱਲਾਂ ਕਰਦੇ ਆ, ਹੈ ਨਾ, ਜਦੋਂ ਕਿਉਂਕਿ ਇਹ ਸਾਡੀ ਜਿਹੜੀ ਆਰਗੇਨਾਈਜੇਸ਼ਨ ਆ ਨਾ ਇਹਦੀ ਜਿਹੜੀ ਸਟਾਰਟਿੰਗ ਹੋਈ ਆ ਇਹ ਪਿਛਲੇ 3 ਹਫ਼ਤੇ ਤੋਂ ਹੋਈ ਆ।
ਸਾਡੀ ਪਲੈਨਿੰਗ ਜ਼ਰੂਰ ਚੱਲ ਰਹੀ ਸੀ ਇਸ ਚੀਜ਼ ਤੇ, ਬਟ ਕਈ ਰੀਜ਼ਨਸ ਕਰਕੇ ਵਿੱਚ ਕੋਵਿਡ ਦੇ ਕਰਕੇ ਸਾਡਾ ਸਿਸਟਮ ਜਿਹੜਾ ਆ ਉਹ ਕੰਮ ਨਹੀਂ ਸਾਡੀ ਟੀਮ ਕੋ ਕਰ ਪਾ ਰਿਹਾ ਸੀਗਾ, ਕਿਉਂਕਿ ਅਸੀਂ ਸਾਰਾ ਆਨਲਾਈਨ ਸਿਸਟਮ ਕੀਤਾ ਹੋਇਆ ਹੈ। ਠੀਕ ਹੈ ਜੀ, ਆਨਲਾਈਨ ਸਿਸਟਮ ਦੇ ਵਿੱਚ ਈਮੇਲਸ ਆਉਂਦੀਆਂ ਨੇ, ਈਮੇਲ ਟ੍ਰਾਂਸਫਰ ਹੁੰਦਾ ਹੈ, ਸਾਰਾ ਕੁਝ ਹੁੰਦਾ ਹੈ ਨਾ, ਤੇ ਉਹਦੇ ਕਰਕੇ ਮਤਲਬ ਨਹੀਂ ਆਪਾਂ ਛੇਤੀ ਸ਼ੁਰੂ ਕਰ ਪਾ ਰਹੇ ਹੈ ਨਾ। ਤੇ ਸੋ ਪਿਛਲੇ 3 ਵੀਕ ਤੋਂ ਆਪਾਂ ਸ਼ੁਰੂ ਕੀਤਾ ਆ। ਐਂਡ ਕਈ ਬੱਚੇ ਐਂ ਦੇ ਹੈਗੇ ਆ ਜਿਨ੍ਹਾਂ ਨੂੰ ਮੈਂ ਕਿਹਾ ਕਿ ਵੀ ਹਾਂ ਵੀ ਸਭ ਕੁਝ ਹੋਏਗਾ, ਬਸ ਥੋੜਾ ਸਬਰ ਕਰਨਾ, ਉਹਨਾਂ ਨੇ ਮੈਨੂੰ ਬਲੌਕ ਹੀ ਕਰਤਾ ਆ, ਹੈ ਨਾ। ਮਤਲਬ ਇਹ ਇੱਕ ਚੰਗੀ ਗੱਲ ਨਹੀਂ ਹੁੰਦੀ। ਇਹ ਤੇ ਫਿਰ ਆਪਾਂ ਹੀ ਸੋਚਦੇ ਕਿ ਆਪਾਂ ਸਿਰਫ ਇੱਕ ਮਤਲਬ ਹੀ ਪੂਰਾ ਕਰਨਾ ਹੈਗਾ ਨਾ, ਆਪਾਂ ਲੌਂਗ ਟਾਈਮ ਲਈ ਦੇਖਣਾ ਆ ਕਿ ਹਾਂ ਵੀ ਜੇ ਕਿਸੇ ਦੀ ਪਰਖ ਕਰਨੀ ਹੈ ਨਾ, ਉਹਦੇ ਨਾਲ ਰਹਿ ਕੇ ਉਹਦੀ ਪਰਖ ਕਰਕੇ ਦੇਖੋ। ਸੋ ਮੈਂ ਸਿਰਫ ਇਹੀ ਗੱਲ ਕਹਿਣਾ ਚਾਹੁੰਦੀ ਸੀ ਮੇਨ ਅੱਜ ਕਿ ਵੀ ਇਸ ਆਰਗੇਨਾਈਜੇਸ਼ਨ ਦੇ ਥਰੂ ਮੈਨੂੰ ਅਗਰ ਕੋਈ ਹੈਲਪ ਦੇਣਾ ਚਾਹੁੰਦਾ ਆ, ਕੋਈ ਵੀ ਮਤਲਬ ਕਿ ਆਪਣਾ ਜਿਹੜਾ ਹੈਗਾ ਇੱਕ ਦਸਵੰਧ ਕਹਿ ਲਓ ਜਾਂ ਕਿਸੇ ਦੀ ਨੀਡ ਜ਼ਰੂਰਤ ਪੂਰੀ ਕਰਨੀ ਆ, ਉਹ ਫਾਈਨੈਂਸ਼ਲੀ ਸਾਨੂੰ ਕੋਈ ਨੀਡ ਨਹੀਂ ਹੈਗੀ, ਸਾਨੂੰ 1 ਰੁਪਏ ਦੀ ਵੀ ਜ਼ਰੂਰਤ ਨਹੀਂ ਆ, ਸਿਰਫ ਜ਼ਰੂਰਤ ਹੈਗੀ ਤੁਹਾਡੇ ਸਾਥ ਦੀ। ਸਾਥ ਮਤਲਬ ਕਿ ਜਿਵੇਂ ਸਾਨੂੰ ਸਰਕਾਰੀਆ ਜੀ ਨੇ ਕਿਹਾ ਕਿ ਵੀ ਮੈਂ ਐਜੂਕੇਸ਼ਨਲ ਲੈਵਲ ਤੇ ਬੱਚਿਆਂ ਨੂੰ ਫ੍ਰੀ ਟਿਊਸ਼ਨ ਕੋਚਿੰਗ ਦਵਾਂਗੀ, ਜਿੰਨਾ ਵੀ ਉਹਨਾਂ ਕੋਲੋਂ ਹੋ ਸਕਿਆ। ਇਸ ਚੀਜ਼ ਦੀ ਨੀਡ ਹੈਗੀ ਹੈ। ਜਿਵੇਂ ਸਾਨੂੰ ਪ੍ਰਿੰਸੀਪਲ ਸਰ ਨੇ ਕਿਹਾ ਕਿ ਜਿਹੜੇ ਬੱਚੇ ਹੈਗੇ ਅਸੀਂ ਉਹਨਾਂ ਨੂੰ ਐਡਮਿਸ਼ਨ ਜਿਹੜੀ ਉਹਨਾਂ ਦੀ ਫ੍ਰੀ ਕਰਾਂਗੇ, ਇਸ ਚੀਜ਼ ਦੀ ਸਾਨੂੰ ਨੀਡ ਹੈਗੀ ਹੈ। ਜਿਵੇਂ ਉਹ ਆਇਲਸ ਵਾਲੇ ਜਸਨੀਨ ਕੌਰ ਜੀ ਨੇ ਕਿਹਾ ਕਿ ਵੀ ਅਸੀਂ 50% ਡਿਸਕਾਊਂਟ ਜਿਹੜਾ ਆ ਉਹ ਬੱਚਿਆਂ ਨੂੰ ਦੇਵਾਂਗੇ ਜਿਹੜੇ ਜ਼ਰੂਰਤਮੰਦ ਆ। ਸਿਰਫ ਸਾਨੂੰ ਇਹ ਚੀਜ਼ ਦੀ ਨੀਡ ਹੈਗੀ ਆ, ਸਾਨੂੰ ਇਹ ਪੈਸੇ ਦੀ ਬਿਲਕੁਲ ਨੀਡ ਨਹੀਂ ਹੈਗੀ। ਅਸੀਂ ਫਾਈਨੈਂਸ਼ੀਅਲੀ ਬਿਲਕੁਲ ਵੀ ਕਿਸੇ ਕੋਲੋਂ ਸਪੋਰਟ ਲੈਣਾ ਨਹੀਂ ਚਾਹੁੰਦੇ। ਔਰ ਮੈਂ ਸਭ ਤੋਂ ਜ਼ਿਆਦਾ ਥੈਂਕਸ ਕਰਦੀ ਹਾਂ ਨਵਤੇਜ ਹਸਪੀਟੈਲਿਟੀ ਦਾ, ਜਿਹੜੇ ਭਾਜੀ ਨੇ ਨਵਤੇਜ ਭਾਜੀ ਨੇ ਮਤਲਬ ਕਿ ਇੱਕ ਫੋਨ ਕਾਲ ਤੇ ਕਹਿ ਦਿੰਦੇ ਨੇ ਕਿ ਹਾਂ ਵੀ ਤੁਸੀਂ ਹੁਣੇ ਭੇਜ ਦਿਓ ਜਿਹੜੇ ਪੇਸ਼ੈਂਟ ਹੈਗੇ ਆ, ਤੇ ਉਹਨਾਂ ਦਾ ਫ੍ਰੀ ਇਲਾਜ ਜਿਹੜਾ ਉਹ ਕੀਤਾ ਜਾਏਗਾ। ਸੋ ਇਹ ਤੇ ਹੋ ਗਈ ਆਰਗੇਨਾਈਜੇਸ਼ਨ ਬਾਰੇ ਗੱਲ। ਅੱਜ ਜੋ ਮੈਂ ਗੱਲ ਕਰਨਾ ਚਾਹੁੰਦੀ ਹਾਂ ਪ੍ਰੋਗਰਾਮ ਦੇ ਵਿੱਚ, ਉਹ ਹੈਗਾ ਮੇਰਾ ਵਿਸ਼ਾ ਸਮਾਂ। ਸਮਾਂ ਕਿੰਨਾ ਬਲਵਾਨ ਹੁੰਦਾ ਹੈ ਨਾ, ਕੜੀ ਆ ਹੈ ਨਾ। ਆਪਾਂ ਕਈ ਵਾਰੀ ਕੀ ਕਰਦੇ ਆ, ਕੋਈ ਕੰਮ ਕਰਨਾ ਤੇ ਅਸੀਂ ਅਲਾਰਮ ਲਾ ਦਿੰਨੇ ਆ ਕਿ ਇਹ ਜਿਹੜਾ ਸਮਾਂ ਆ ਆਪਾਂ ਇੰਨੇ ਸਮੇਂ ਤੇ ਉੱਠਣਾ ਆ, ਅਲਾਰਮ ਲਾਵਾਂਗੇ ਤੇ ਸਾਨੂੰ ਇਹ ਉਠਾਏਗਾ, ਹੈ ਨਾ। ਮੰਨ ਲਓ ਆਪਾਂ 5 ਵਜੇ ਦਾ ਅਲਾਰਮ ਲਾ ਦਿੰਨੇ, ਹੈ ਨਾ। ਸਾਡੀ ਨੀਂਦ ਉਦੋਂ ਇਹੋ ਜਿਹੀ ਹੁੰਦੀ ਆ ਕਿ ਆਪਾਂ ਸੋਚਦੇ ਕਿ 5 ਮਿੰਟ ਹੋਰ ਬਾਅਦ ਵਿੱਚ, 5 ਮਿੰਟ ਹੋਰ ਬਾਅਦ ਵਿੱਚ, ਪਰ ਉਹ ਸਮਾਂ ਜਿਹੜਾ ਉਹ ਨਿਕਲਦਾ ਜਾਂਦਾ ਆ। ਉਹ ਜਿਹੜਾ ਟਾਈਮ ਆ ਉਹ ਘੜੀ ਦੀ ਸੂਈ ਆ, ਉਹ ਚੱਲੀ ਜਾਣੀ ਆ, ਹੈ ਨਾ। ਸਮਾਂ ਚੱਲ ਰਿਹਾ ਆ, ਸਿਰਫ ਅਸੀਂ ਉਹਦੇ ਅਕੋਰਡਿੰਗ ਨਹੀਂ ਚੱਲ ਰਹੇ। ਸੋ ਸਾਨੂੰ ਸਮੇਂ ਦੀ ਇੱਕ ਪਹਿਚਾਣ ਕਰਨੀ ਚਾਹੀਦੀ ਹੈ, ਸਮੇਂ ਨੂੰ ਹੱਥੋਂ ਨਿਕਲਣਾ ਨਹੀਂ ਚਾਹੀਦਾ। ਜਿਵੇਂ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਕਿ ਇੱਕ ਛੋਟੀ ਜਿਹੀ ਤੁਹਾਨੂੰ ਇੱਕ ਕਹਾਣੀ ਦੱਸਦੀ ਹਾਂ। ਜ਼ਿੰਦਗੀ 'ਚ ਸਮੇਂ ਦੀ ਕੀ ਅਹਿਮੀਅਤ ਹੈਗੀ ਆ। ਇੱਕ ਛੋਟਾ ਜਿਹਾ ਬੱਚਾ ਸੀ, ਠੀਕ ਆ। ਉਹਦੇ ਮਾਤਾ ਪਿਤਾ ਰੋਜ਼ ਉਹਦੇ ਨਾਲ ਨਾ ਗੁਰਦੁਆਰੇ ਜਾਂਦੇ, ਉੱਥੇ ਮੱਥਾ ਟਿਕਾਉਂਦੇ, ਉਹਨਾਂ ਨੂੰ ਬਿਠਾਉਂਦੇ, ਪਾਠ ਕਰਨਾ ਸਿਖਾਉਂਦੇ, ਹੈ ਨਾ। ਮਤਲਬ ਕਿ ਲੰਗਰ 'ਚ ਕਿਵੇਂ ਸੇਵਾ ਕਰਨੀ ਆ, ਲੰਗਰ ਛਕਣਾ ਆ, ਕੀ ਮਰਿਆਦਾ, ਉਹ ਸਾਰਾ ਕੁਛ ਉਹਨਾਂ ਨੂੰ ਸਿਖਾਉਂਦੇ। ਤੇ ਜਦੋਂ ਉੱਥੇ ਮਤਲਬ ਕਿ ਇੱਕ ਲੇਡੀ ਬੈਠੇ ਸੀਗੇ ਤੇ ਉਹਨਾਂ ਨੇ ਕਿਹਾ ਕਿ ਅੱਜ ਦੇ ਟਾਈਮ ਦੇ ਵਿੱਚ ਤੇ ਬੱਚਿਆਂ ਨੂੰ ਤੁਸੀਂ ਇੱਥੇ ਹੀ ਇੰਨਾ ਟਾਈਮ ਇਹਨਾਂ ਦਾ ਕਰ ਰਹੇ ਹੋ, ਤੇ ਇਹਨਾਂ ਨੂੰ ਸਕੂਲ ਭੇਜੋ, ਇਹਨਾਂ ਨੂੰ ਘਰੇ ਆਹ ਚੀਜ਼ਾਂ ਸਿਖਾਓ, ਇਹਨਾਂ ਦੀ ਆਹ ਕਲਾਸ ਲਵਾਓ, ਉਹ ਲਵਾਓ, ਹੈ ਨਾ। ਸੋ ਉਹਨਾਂ ਨੇ ਅੱਗੋਂ ਇੱਕ ਛੋਟੀ ਜਿਹੀ ਬੜੀ ਵਧੀਆ ਉਦਾਹਰਨ ਦਿੱਤੀ। ਉਹਨਾਂ ਦਾ ਬੱਚਾ ਸੀਗਾ ਜਿਹੜਾ ਸੇਵਾ ਕਰਦਾ ਸੀਗਾ, ਉਹ ਬੱਚੇ ਨੇ ਆਪਣੇ ਮਾਤਾ ਪਿਤਾ ਨੂੰ ਆ ਕੇ ਪੁੱਛਿਆ ਕਿ ਵੀ ਇਹ ਜਿਹੜੀਆਂ ਲੰਗਰ ਦੇ ਵਿੱਚ ਜਿਹੜੀਆਂ ਲੱਕੜਾਂ ਜਲ ਰਹੀਆਂ ਨੇ, ਉਹ ਵੱਡੀ ਲੱਕੜ ਜਿਹੜੀ ਆ ਉਹਨੂੰ ਤੇ ਬੜੀ ਦੇਰੀ ਨਾਲ ਅੱਗ ਲੱਗ ਰਹੀ ਆ, ਛੋਟੀ ਲੱਕੜ ਜਿਹੜੀ ਆ ਉਹ ਜਲਦੀ ਜਲਦੀ ਜਲ ਗਈ ਆ। ਹਜੇ ਉਹ ਬੱਚੇ ਨੇ ਇੰਨਾ ਆਪਣੇ ਮਾਤਾ ਪਿਤਾ ਨੂੰ ਜਿਹੜਾ ਸਵਾਲ ਸੀ ਉਹ ਪੁੱਛਿਆ ਹੀ ਸੀ ਕਿ ਉਸੇ ਟਾਈਮ ਹੀ ਉਹਨਾਂ ਦੇ ਜਿਹੜੇ ਲਾਗੇ ਬੈਠੇ ਲੇਡੀ ਸੀ ਉਹਨਾਂ ਨੂੰ ਇੱਕ ਬੜੀ ਵੱਡੀ ਇੱਕ ਜਵਾਬ ਮਿਲ ਗਿਆ ਕਿ ਚਾਹੇ ਜ਼ਿੰਦਗੀ ਛੋਟੀ ਆ, ਪਰ ਕੀ ਪਤਾ ਕਿੱਥੇ ਕੀ ਹੋ ਜਾਣਾ ਆ, ਜ਼ਿੰਦਗੀ ਕਦੋਂ ਖਤਮ ਹੋ ਜਾਣੀ ਆ, ਹੈ ਨਾ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈਗਾ। ਸਮੇਂ ਨੇ ਕਦੋਂ ਕੀ ਕਰ ਦੇਣਾ ਸਾਨੂੰ ਉਸ ਚੀਜ਼ ਦਾ ਕੋਈ ਅੰਦਾਜ਼ਾ ਨਹੀਂ ਹੈਗਾ। ਸੋ ਕਹਿਣ ਦਾ ਮਤਲਬ ਇਹ ਕਿ ਵੀ ਉਸ ਬੱਚੇ ਨੂੰ ਉਹ ਸਿਖਾ ਰਹੇ ਨੇ, ਪਰਮਾਤਮਾ ਦੇ ਲੜ ਲਾ ਰਹੇ ਨੇ, ਚੰਗੀ ਅਕਲ ਦੇ ਰਹੇ ਨੇ। ਇਟ ਮੀਨਸ ਕਿ ਕੀ ਪਤਾ ਕੱਲ ਨੂੰ ਕੀ ਹੋ ਜਾਣਾ ਆ। ਕਿਸੇ ਨੇ ਮੌਤ ਤੇ ਜਨਮ ਦਾ ਸਮੇਂ ਤੈਅ ਨਹੀਂ ਕੀਤਾ ਹੈਗਾ, ਉਹ ਪਰਮਾਤਮਾ ਵੱਲੋਂ ਹੀ ਸਭ ਕੁਝ ਤੈਅ ਹੋ ਕੇ ਹੁੰਦਾ ਆ। ਜਿਵੇਂ ਆਪਾਂ ਅੱਜ ਕੱਲ੍ਹ ਸਮਝਦੇ ਹੈਗੇ ਕਿ ਜੋ ਅਸੀਂ ਕਹਤਾ ਉਹੀ ਸੱਚ ਆ, ਹੈ ਨਾ। ਅਸਲੀ ਸੱਚ ਜੋ ਸੱਚ ਹੁੰਦਾ ਨਾ, ਸੱਚ ਰਹਿੰਦਾ ਹੈਗਾ। ਔਰ ਇਹ ਬਿਲਕੁਲ ਸੱਚੀ ਗੱਲ ਹੈਗੀ ਕਿ ਅੱਜ ਦੇ ਟਾਈਮ 'ਚ ਸੱਚ ਜਿਹੜਾ ਨਾ ਉਹਨੂੰ ਹਮੇਸ਼ਾ ਸਾਰੇ ਦਬਾਉਣ ਦੀ ਕੋਸ਼ਿਸ਼ ਕਰਦੇ ਆ। ਝੂਠ ਜਿਹੜਾ ਉਹ ਅੱਗੇ ਵੱਧਦਾ ਜਾ ਰਿਹਾ
ਸੱਚ ਜਿਹੜਾ ਉਹ ਸੱਚ ਆ, ਸੱਚ ਨੂੰ ਤੋੜਿਆ ਜਾਂਦਾ ਪਰ ਫਿਰ ਵੀ ਉਹ ਉੱਥੇ ਖੜਾ ਰਹਿੰਦਾ ਆ। ਇਹਦੇ ਨਾਲ ਮੈਂ ਤੁਹਾਨੂੰ ਇੱਕ ਰਿਲੇਟਡ ਇੱਕ ਛੋਟਾ ਜਿਹਾ ਕਿੱਸਾ ਦੱਸਦੀ ਆ। ਇੱਕ ਵਾਰੀ ਨਾ ਕੀ ਹੁੰਦਾ ਕਿ ਇੱਕ ਬਹੁਤ ਅਮੀਰ ਘਰਾਣੇ ਦੀ ਕੁੜੀ ਹੁੰਦੀ ਆ, ਪਰ ਉਹ ਕੀ ਹੁੰਦਾ ਕਿ ਉਹ ਦੇਖਣ 'ਚ ਬਹੁਤ ਸਧਾਰਨ ਜੀ ਲੱਗਦੀ, ਵੀ ਇੰਨੀ ਸੋਹਣੀ ਸੁਨੱਖੀ ਨਹੀਂ ਹੁੰਦੀ। ਉਹਦੇ ਜਿਹੜੇ ਸਹੇਲੀਆਂ ਹੁੰਦੀਆਂ ਨੇ ਉਹਨੂੰ ਕਹਿੰਦੀ ਕਿ ਹਾਂ ਵੀ ਤੂੰ ਆਹ ਕਰੀਮ ਲਾਉਣੀ ਬਹੁਤ ਸੋਹਣੀ ਲੱਗਦੀ ਆ, ਤੂੰ ਐ ਕਰਦੀ ਆ ਬਹੁਤ ਸੋਹਣੀ ਲੱਗਦੀ ਆ। ਇੱਕ ਦਿਨ ਕਿ ਉਹ ਜਾ ਕੇ ਸ਼ੀਸ਼ਾ ਦੇਖਦੀ ਆ, ਪਰ ਉਹਨੂੰ ਆਪਣੀ ਜਿਹੜੀ ਸੂਰਤ ਉਹ ਬਦਸੂਰਤ ਲੱਗਦੀ ਆ। ਉਹ ਕੀ ਕਰਦੀ ਆ ਕਿ ਸ਼ੀਸ਼ੇ ਨੂੰ ਇਸੇ ਗੁੱਸੇ 'ਚ ਆ ਕੇ ਤੋੜ ਦਿੰਦੀ ਆ। ਸ਼ੀਸ਼ਾ ਜਿਹੜਾ ਟੁੱਟ ਕੇ ਥੱਲੇ ਜ਼ਮੀਨ ਤੇ ਬਿਖਰ ਜਾਂਦਾ ਆ। ਜਦੋਂ ਉਹ ਵੇਖਦੀ ਤੇ ਸ਼ੀਸ਼ਾ ਆਪਣੇ ਆਪ ਇੱਕ ਜਵਾਬ ਦਿੰਦਾ ਕਿ ਮੈਂ ਤੇ ਸੱਚ ਹੀ ਬੋਲਿਆ, ਕਿ ਮੈਂ ਝੂਠ ਨਹੀਂ ਬੋਲ ਸਕਦਾ। ਬੇਸ਼ੱਕ ਤੋੜ ਮਰੋੜ ਕੇ ਥੱਲੇ ਸੁੱਟਤਾ, ਪਰ ਫਿਰ ਵੀ ਉਹ ਸੱਚ ਹੀ ਬੋਲੂਗਾ। ਫਿਰ ਵੀ ਜੇ ਉਹ ਆਪਣਾ ਸ਼ਕਲ ਉਹ ਟੋਟਿਆਂ ਵਿੱਚ ਦੇਖੂਗੀ ਤੇ ਉਹੀ ਨਜ਼ਰ ਆਊਗੀ, ਉਹਨੂੰ ਕੋਈ ਹੋਰ ਨਜ਼ਰ ਨਹੀਂ ਆਊਗੀ। ਸੋ ਸੇਮ ਚੀਜ਼ ਆ ਕਿ ਵੀ ਅੱਜ ਅਸੀਂ ਨਾ ਸੱਚ ਦੇ ਨਾਲ ਖੜੇ ਹੋਣ ਤੋਂ ਡਰਦੇ ਆ, ਪਰ ਜਿੱਦਣ ਉਹੀ ਸੱਚ ਸਾਡੇ ਘਰਾਂ ਦੇ ਵਿੱਚ ਆ ਗਿਆ ਨਾ, ਤੇ ਫਿਰ ਅਸੀਂ ਸੋਚਣਾ ਕਿ ਸਾਨੂੰ ਪਹਿਲਾਂ ਹੀ ਇਸ ਸੱਚ ਨੂੰ ਅੱਗੇ ਲੈ ਕੇ ਆ ਕੇ ਤੇ ਜ਼ੁਲਮ ਨੂੰ ਰੋਕ ਦੇਣਾ ਚਾਹੀਦਾ ਸੀਗਾ। ਸੋ ਹਮੇਸ਼ਾ ਸਮੇਂ ਦੀ ਵੀ ਕਦਰ ਕਰੋ। ਕਹਿਣ ਦਾ ਮਤਲਬ ਇਹ ਕਿ ਹਮੇਸ਼ਾ ਸੱਚ ਨਾਲ ਖੜੇ ਰਹੋ, ਤਾਂ ਕਿ ਪਰਮਾਤਮਾ ਦੇ ਦਰ ਤੇ ਤੁਸੀਂ ਹਮੇਸ਼ਾ ਵਧਦੇ ਰਹੋ। ਉਹ ਰਿਸ਼ਤੇ ਨਾਤੇ, ਉਹ ਦੁਨਿਆਵੀ ਢੰਗ ਜੀਣ ਦਾ ਕੀ ਫਾਇਦਾ ਜਿਹਦੇ ਵਿੱਚ ਤੁਸੀਂ ਮਤਲਬ ਕਿ ਆਪਣੇ ਅੰਦਰੋਂ ਕੋਈ ਖੁਸ਼ੀ ਨਹੀਂ ਜ਼ਾਹਰ ਕਰੋ, ਮੂੰਹ ਤੇ ਸਾਰੇ ਹਾਂਜੀ ਹਾਂਜੀ ਕਰੋ, है ना। क्योंकि आप पता अज की सच्चाई आए कि तुहाडे सामने अगर एक बंदा हुणे एक मान लो कि हुणे जिवें मेरे इत्थे समा होया 3:20 है ना, 3:20 ते अगर तुहाडे बारे मूँह ते कोई वधिया गल कर रहा ना, ते तुसी उत्थों चले जांदे हो 3:25 ते ओही बंदा तुहाडे बारे बुराई शुरू कर दूगा, है ना। ये अज दा सच हैगा। सो इस करके तुसी किसे नू खुश करन दे प्रति तुसी ये सोचो कि असी किसे लई कुछ चंगा करिए, किसे जरूरतमंद दी कोई लोड़ पूरी करिए, ताकि असी लोकां नू खुश करके की करना आ, परमात्मा नू खुश करो ना। अज जिहड़े तुहानू एक बुरा कहणगे ना, कल नू उन्हां ने तुहाडे जदों तुहाडी कंधा जा रहा होगा ना मौत समय, ओही जुबान तुहाडे बारे तारीफां कर रही होगी। यही सच आ ना। तुसीं देखिया होगा कि कोई इंसान की डैथ हुई होगी ना, तो वो इंसान की एक दिन पहला बुराई हो रही होगी, उस इंसान तो दूसरे दिन अगर वो मौत हो गई तो वो नाल जांदे लोकां नूं कह रहा होगा कल तो मैनूं इत्थे देखिया सी, कल ही तो बड़ा वधिया सी, कल ही तो ये सी। सो यही सच हैगा। इस करके दुनियावी चीज़ों तो बाहर निकलो, थोड़ा अपने आप नूं ये देखो कि आप इस दुनिया ते करन की आए हैं, जो करन आए हैं उहदे प्रति एक वफा निभाइए। आपां कुछ नाल नहीं लेके जाना हैगा, सब कुछ इत्थे रह जाना हैगा। नाल लेके जाने अपने चंगे कीते हुए काम। जे अज आपां किसी दा चंगा करांगे ना, ऑटोमैटिकली साडे नाल वधिया होगा। सो इस करके मैं यही रिक्वेस्ट करना चाहुंदी कि समय की कदर करो, कर भला हो भला। एक बारी की हुंदा कि एक मधुमक्खी जिहड़ी है ना, वो उड़ रही हुंदी आ, वो नदी दे कंढे जांदी आ, उत्थों जाके ना पानी पीन लगदी आ, प्यासी हुंदी, वो पानी पीन की कोशिश करदी, पर नदी का बहाव इन्ना तेज हुंदा कि मधुमक्खी जिहड़ी उहदे विच वह जांदी आ। ठीक आ। फिर वो एक घुग्गी किनारे ते बैठी हुंदी, वो वेखदी कि वो मधुमक्खी जिहड़ी उत्ते पानी पींदी पींदी डुब गई। उन्हें की किया कि एक पत्ता तोड़िया, वो पानी के बहाव च किया तो मधुमक्खी उहदे ते बैठ के तैर के बाहर आ गई ते उड़ गई। एक दिन बाद ही की होया कि एक शिकारी जिहड़ा वो जंगल च पहुंचा, उन्हें उसे घुग्गी नूं की कहंदे मारन की कोशिश की कि हाँ भी मैं एक घुग्गी नूं गोली मार दिना। वो मधुमक्खी जिहड़ी उड़ रही सी, उन्हें देखा कि हाँ भी इसे घुग्गी ने तो कल मेरी जान बचाई सीगी। उन्हें की किया कि वो जिहड़े शिकारी जो गोली चलाउण लग्या, उहदे हत्थ ते आके उन्हें डंग मारता, गोली जिहड़ी हवा च चल गई। सो एक एदा मतलब ये कि अगर कर भला हो भला, अगर मधुमक्खी ने एक घुग्गी ने एक मधुमक्खी की हैल्प की तो ऑटोमैटिकली वो भी उहदी जरूरत ते पहुंच गई। सो अज जे आपां किसी दा चंगा करांगे ना, तो कल नूं साडे नाल भी चंगा ही होऊगा। अज आपां किसी ना बुरा करांगे ना, तो ये बुरे दे विच ये ना सोचो कि तुसी किसी नूं दुखी करता, तुसी अपने आप च बहुत वड्डी जित हासिल कर ली। इट मीनस ये कि अज वो इंसान दुखी है तो उहदे अंदरों निकलियां होईयां बददुआवां तुहाडे नाल कल नूं की कुछ करनगियां। परमात्मा दी सोटी दी आवाज़ बहुत ही ज़्यादा डूंगी हुंदी आ। तुहानूं ये जिहड़ी नीचे वाली दुनियावी ये चीज़ां बचा सकदियां, पर परमात्मा दी जिहड़ी वो लाठी ना कदी नहीं बचा सकदी हैगी। सो हमेशा समय की कदर करो,
ਸਮਾਂ ਬਹੁਤ ਬਲਵਾਨ ਹੈਗਾ ਆ। ਜੋ ਵੀ ਤੁਸੀਂ ਕਰਨਾ, ਜੋ ਤੁਹਾਡੇ ਸੁਪਨੇ ਆ ਨਾ, ਉਹਨਾਂ ਨੂੰ ਜਲਦੀ ਤੋਂ ਜਲਦ ਇਹ ਸੋਚੋ ਕਿ ਮੈਂ ਆਪਣੇ ਸੁਪਨੇ ਅੱਜ ਹੀ ਪੂਰੇ ਕਰਨੇ ਆ। ਅੱਜ ਹੀ ਕਰਨੇ ਮਤਲਬ ਹੁਣੇ ਹੀ ਕਰਨੇ ਆ। ਤੁਸੀਂ ਦੇਖਿਆ ਹੋਵੇਗਾ ਸਿਆਣੇ ਕਹਿੰਦੇ ਹੁੰਦੇ ਸੀ, ਕੱਲ ਕਰੇ ਸੋ ਆਜ, ਆਜ ਕਰੇ ਸੋ ਅਬ। ਠੀਕ ਹੈ, ਜੇ ਆਪਾਂ ਇਹ ਸੋਚਾਂਗੇ ਨਾ ਹੁਣ ਕਰ ਲਾਂਗੇ, ਕੱਲ ਕਰ ਲਾਂਗੇ, ਪਰਸੋਂ ਕਰ ਲਾਂਗੇ, ਸਮਾਂ ਚੱਲੀ ਜਾ ਰਿਹਾ ਇਸ ਤਰ੍ਹਾਂ ਕਰਦੇ ਕਰਦੇ ਮਹੀਨੇ ਬੀਤਣਗੇ, ਮਹੀਨਿਆਂ ਤੋਂ ਬਾਅਦ ਸਾਲ, ਸਾਲ ਤੋਂ ਬਾਅਦ ਪਤਾ ਨਹੀਂ ਕੀ ਹੋਊਗਾ। ਸੋ ਮੇਰੀਆਂ ਤੁਹਾਨੂੰ ਇਸ ਪ੍ਰੋਗਰਾਮ ਦੇ ਪ੍ਰਤੀ ਕਿਵੇਂ ਦਾ ਤੁਹਾਨੂੰ ਗੱਲਾਂ ਲੱਗੀਆਂ। ਸੋ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦੀ ਹਾਂ ਕਿ ਲਾਸਟ ਟਾਈਮ ਜਦੋਂ ਮੈਂ ਆਰਗੇਨਾਈਜੇਸ਼ਨ ਬਾਰੇ ਗੱਲ ਕੀਤੀ ਸੀ ਤਾਂ ਮੈਨੂੰ ਬਹੁਤ ਹੀ ਸਾਰਾ ਪਿਆਰ ਮਿਲਿਆ ਸੀ ਮੇਰੇ ਦਰਸ਼ਕਾਂ ਤੋਂ। ਤੇ ਮੈਨੂੰ ਕਵਿਤਾ ਜਿਹੜੀ ਆ ਮੈਨੂੰ ਲਿਖ ਕੇ ਭੇਜੀ ਸੀਗੀ ਮਨਰੀਤ ਕੌਰ ਗਿੱਲ ਜੀ ਨੇ। ਤੇ ਉਹ ਮੇਰੇ ਫਾਦਰ ਸਾਹਿਬ ਤੇ ਉਹਨਾਂ ਨੇ ਮੈਨੂੰ ਮਤਲਬ ਕਿ ਇੱਕ ਕਵਿਤਾ ਲਿਖ ਕੇ ਭੇਜੀ ਸੀ, ਉਹ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ। ਬਾਪੂ ਤੇਰੇ ਜਾਣ ਪਿੱਛੋਂ ਘਰ ਸੁੰਨਾ ਸੁੰਨਾ ਰਹਿ ਗਿਆ ਏ, ਹਾਲ ਹੋਇਆ ਮੇਰਾ ਬੋਟ ਵਾਲਾ ਜਿਹਦਾ ਆਲਣਾ ਹਨੇਰੀ ਵਿੱਚ ਟਹਿ ਗਿਆ ਏ, ਰੱਬ ਦੁਸ਼ਮਣ ਬਣ ਕੇ ਬਹਿ ਗਿਆ ਏ। ਅੱਜ ਅੱਖ ਰੋਈ ਬਹੁਤ ਜ਼ਿਆਦਾ ਜਦੋਂ ਤੇਰਾ ਲਿਆਂਦਾ ਖਿਡੌਣਾ ਨਜ਼ਰੀ ਪੈ ਗਿਆ ਏ, ਮੇਰੇ ਕੱਪੜਿਆਂ ਚੋਂ ਆਉਂਦੀ ਮਹਿਕ ਤੇਰੀ ਤੈਨੂੰ ਹਵਾਵਾਂ ਚੋਂ ਲੱਭਦੀ ਰਹਿ ਗਈਆਂ, ਤੇਰੇ ਪਾਏ ਪੂਰਨਿਆ ਤੇ ਤੁਰ ਪਿਆ ਪੁੱਤ ਤੇਰਾ, ਰਾਤੀ ਆ ਸੁਪਨੇ ਅੰਦਰ ਸ਼ਾਬਾਸ਼ ਕਹਿ ਗਿਆ ਏ। ਬਹੁਤ ਹੀ ਸੋਹਣੀ ਕਵਿਤਾ ਜਿਹੜੀ ਇਹਨਾਂ ਨੇ ਮੈਨੂੰ ਲਿਖ ਕੇ ਭੇਜੀ ਆ। ਔਰ ਜਦੋਂ ਮੈਂ ਇਹ ਪੜ੍ਹੀ ਸੀ ਤੇ ਮੈਂ ਸੱਚੀ ਮੇਰੇ ਅੱਖਾਂ 'ਚੋਂ ਜਿਹੜੇ ਹੰਝੂ ਸੀਗੇ ਨਾ ਉਹ ਆ ਗਏ ਸੀਗੇ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮਨਰੀਤ ਕੌਰ ਗਿੱਲ ਜੀ ਦਾ ਕਿ ਜਿਨ੍ਹਾਂ ਨੇ ਮੈਨੂੰ ਇਸ ਮੇਰੇ ਔਖੇ ਟਾਈਮ 'ਚ ਮੈਨੂੰ ਤੁਸੀਂ ਸਾਰਿਆਂ ਨੇ ਸਟਰੋਂਗ ਬਣਾਇਆ ਆ। ਮੈਂ ਬਹੁਤ ਜ਼ਿਆਦਾ ਟੁੱਟ ਗਈ ਸੀਗੀ ਅੰਦਰੋਂ ਨਾ, ਤੇ ਮੈਨੂੰ ਜਿੰਨਾ ਸਟਰੋਂਗ ਤੁਸੀਂ ਸਾਰਿਆਂ ਨੇ ਬਣਾਇਆ ਨਾ, ਮੈਨੂੰ ਸਪੋਰਟ ਕੀਤੀ ਆ ਤੁਸੀਂ ਕਾਲ ਕਰਕੇ, ਹੈ ਨਾ। ਕਿਉਂਕਿ ਜਦੋਂ ਮੇਰੇ ਮੰਮੀ ਪਾਪਾ ਐਕਸਪਾਇਰ ਹੋ ਗਏ ਨਾ ਤੇ ਮੇਰਾ ਬ੍ਰਦਰ ਹੀ ਮੇਰੇ ਲਈ ਉਦੋਂ ਸੀਗਾ ਕਿ ਹਾਂ ਵੀ ਉਹ ਤੇ ਹੈ ਨਾ ਕਿ ਮੈਨੂੰ ਪੁੱਛਦਾ ਹੈਗਾ ਆ, ਮੈਨੂੰ ਹਮੇਸ਼ਾ ਕਾਲ ਕਰਦਾ ਹੈ ਨਾ। ਤੇ ਜਦੋਂ ਮੈਂ ਉੱਠਦੀ ਹੁੰਦੀ ਸੀ ਨਾ ਤੇ ਮੈਂ ਦੇਖਦੀ ਹੁੰਦੀ ਸੀ ਕਿ ਉਹਦਾ ਫੋਨ ਮੈਨੂੰ ਆਇਆ, ਮੈਸੇਜ ਆਇਆ ਨਾ। ਤੇ ਅੱਜ ਜਦੋਂ ਮੈਂ ਉੱਠਦੀ ਨਾ ਤੇ ਮੈਨੂੰ ਤੁਹਾਡੇ ਸਾਰੇ ਦਰਸ਼ਕਾਂ ਦੇ ਜਦੋਂ ਮੈਸੇਜ ਫੋਨ ਆਏ ਹੁੰਦੇ ਨਾ ਤੇ ਮੈਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਸਟਰੋਂਗ ਬਣਾਉਂਦੀ ਹਾਂ ਉਸ ਟਾਈਮ ਕਿ ਵੀ ਤੁਸੀਂ ਸਾਰੇ ਮੇਰੇ ਨਾਲ ਹੋ ਨਾ, ਮੇਰੀ ਸਟਰੋਂਗ ਸਪੋਰਟ ਹੈਗੇ ਹੋ। ਤੇ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਮੇਰੇ ਵਾਸਤੇ। ਤੇ ਜਿਹੜੀ ਆਪਾਂ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਆ ਉਹਦੇ ਵਿੱਚ ਵੀ ਮੈਨੂੰ ਤੁਹਾਡਾ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ, ਇੰਨੀ ਜ਼ਿਆਦਾ ਸਪੋਰਟ ਮਿਲ ਰਹੀ ਹੈ। ਤੇ ਇਹ ਮੇਰੇ ਇਕੱਲੀ ਦੇ ਵਾਸਤੇ ਤੇ ਕੋਈ ਗੱਲ ਹੀ ਨਹੀਂ ਸੀਗੀ, ਹੈ ਨਾ। ਸੋ ਮੈਂ ਇਹ ਚੀਜ਼ਾਂ ਮੇਰੀਆਂ ਸਾਰੀਆਂ ਤੁਹਾਡੇ ਸਦਕਾ ਹੀ ਹੈਗੀਆਂ, ਤੁਹਾਡੇ ਪਿਆਰ ਸਦਕਾ ਹੀ ਹੈਗੀਆਂ ਨੇ। ਤੇ ਜਿਵੇਂ ਮੈਨੂੰ ਇੱਕ ਹੋਰ ਕਵਿਤਾ ਭੇਜੀ ਸੀਗੀ ਸਤਿੰਦਰ ਕੌਰ ਕੰਗ ਜੀ ਨੇ, ਉਹ ਆਸਟ੍ਰੇਲੀਆ ਮੈਲਬੌਰਨ 'ਚ ਰਹਿੰਦੇ ਨੇ। ਤੇ ਉਹਨਾਂ ਨੇ ਮੈਨੂੰ ਸਪੈਸ਼ਲ ਫੋਨ ਕਰਕੇ ਕਿਹਾ ਕਿ ਇਹ ਕਵਿਤਾ ਮੇਰੀ ਜ਼ਰੂਰ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਣਾ। ਉਹਨਾਂ ਦੀ ਕਵਿਤਾ ਹੈ, ਮੈਂ ਔਰਤ ਦੀ ਕੀ ਸਿਫਤ ਕਰਾਂ, ਇਨਸਾਨ ਖੁਦ ਔਰਤ ਦਾ ਜਾਇਆ ਹੈ। ਮੈਂ ਮਾਂ ਆਪਣੀ ਦੇ ਰੂਪ ਵਿੱਚੋਂ ਹਰ ਵਾਰ ਹੀ ਰੱਬ ਨੂੰ ਪਾਇਆ ਹੈ। ਇੱਕ ਔਰਤ ਮੇਰੀ ਦਾਦੀ ਮਾਂ ਜਿਸ ਕਰਕੇ ਮੇਰੇ ਬਾਪ ਦੀ ਮੇਰੇ ਸਿਰ ਤੇ ਛਾਇਆ ਹੈ। ਮੈਂ ਬੈਠ ਜਿਨ੍ਹਾਂ ਦੇ ਮੋਢੇ ਤੇ ਝੂਟਾ ਕੁੱਲ ਜਹਾਨ ਦਾ ਪਾਇਆ ਹੈ। ਇੱਕ ਔਰਤ ਮੇਰੀ ਭੈਣ ਵੱਡੀ ਜਿਸ ਬਚਪਨ ਨਾਲ ਲੰਘਾਇਆ ਹੈ। ਕਿਸੇ ਗਲਤੀ ਤੇ ਪੈਂਦੀ ਮਾਰ ਵੇਲੇ ਕਈ ਵਾਰ ਮੈਨੂੰ ਬਚਾਇਆ। ਆਪਾਂ ਵੇਖਦੇ ਨਾ ਕਿ ਜਦੋਂ ਭੈਣ ਭਰਾ ਛੋਟੇ ਹੁੰਦੇ ਆਪਾਂ ਬਚਪਨ 'ਚ ਲੜਦੇ ਤੇ ਜਦੋਂ ਇੱਕ ਨੂੰ ਕੁੱਟ ਪੈਣੀ ਦੂਜੇ ਨੇ ਅੱਗੇ ਆ ਜਾਣਾ, ਹੈ ਨਾ। ਸੋ ਉਹ ਚੀਜ਼ ਉਹਨਾਂ ਨੇ ਇਹਦੇ ਵਿੱਚ ਲਿਖੀ ਆ। ਹਰ ਘਰ ਵਿੱਚ ਔਰਤ ਹੁੰਦੀ ਹੈ, ਔਰਤ ਹਰ ਘਰ ਦਾ ਸਰਮਾਇਆ ਹੈ। ਫੇਰ ਪਤਾ ਨਹੀਂ ਦੁਨੀਆ ਨੇ ਕਿਉਂ ਧੀ ਨੂੰ ਮਾੜਾ ਬਣਾਇਆ ਹੈ, ਕਿਉਂ ਧੀ ਨੂੰ ਮਾੜਾ ਬਣਾਇਆ। ਬਹੁਤ ਹੀ ਸੋਹਣੀ ਕਵਿਤਾ ਇਹਨਾਂ ਨੇ ਮੈਨੂੰ ਲਿਖ ਕੇ ਭੇਜੀ ਸੀਗੀ। ਔਰ ਨਾਲ ਹੀ ਇਹਨਾਂ ਨੇ ਮੇਰੀਆਂ ਬੇਟੀਆਂ ਉਪਮ ਕੌਰ, ਕਰਮ ਕੌਰ ਲਈ ਬਹੁਤ ਸਾਰਾ ਪਿਆਰ ਭੇਜਿਆ। ਉਹਦੇ ਵਾਸਤੇ ਬਹੁਤ ਬਹੁਤ ਥੈਂਕਸ ਆ ਤੁਹਾਡਾ। ਮੇਰੇ ਬੱਚਿਆਂ ਨੂੰ ਵੀ ਤੁਸੀਂ ਮਤਲਬ ਇੰਨਾ ਜ਼ਿਆਦਾ ਪਿਆਰ ਭੇਜਿਆ, ਉਹਦੇ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਸੋ ਤੁਸੀਂ ਵੀ ਅਗਰ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ, ਮੇਰੇ ਨਾਲ ਆ ਕੇ ਤੁਸੀਂ ਦਰਸ਼ਕਾਂ ਨਾਲ ਕੋਈ ਸੁਝਾਅ ਆਪਣਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 4168469260 ਤੇ ਜਾਂ ਤੁਸੀਂ ਸਟੂਡੀਓ ਨੰਬਰ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਹੋਏਗਾ, ਤੁਸੀਂ ਸਟੂਡੀਓ ਕਾਲ ਕਰ ਸਕਦੇ ਹੋ। ਤੇ ਪ੍ਰੋਗਰਾਮ ਦੇ ਪ੍ਰਤੀ ਕੋਈ ਸੁਝਾਅ ਭੇਜਣਾ ਹੈ ਤੁਸੀਂ ਕਮੈਂਟ ਰਾਹੀਂ ਵੀ ਦੇ ਸਕਦੇ ਹੋ। ਤੇ ਇਸੇ ਤਰ੍ਹਾਂ ਮੈਂ ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੀ ਨਵਾਂ ਪ੍ਰੋਗਰਾਮ ਲੈ ਕੇ, ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕਰਾਂਗੇ। ਓਕੇ, ਤੇ ਇਸੇ ਤਰ੍ਹਾਂ ਮੈਂ ਇਜਾਜ਼ਤ ਲੈਂਦੀ ਹਾਂ। ਮੇਰੇ ਵੱਲੋਂ ਹੋਈ ਕੋਈ ਗਲਤੀ ਮੈਨੂੰ ਮਾਫ ਕਰ ਦੇਣਾ ਜੀ।
ਓਕੇ ਜੀ, ਫਿਰ ਅਸੀਂ ਅੱਜ ਦਾ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ।